ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਜਤਿੰਦਰ ਸਿੰਘ ਖਹਿਰਾ। ਕਈ ਵਾਰ ਇਤਿਹਾਸ ਜਾਂ ਕਈ ਵਾਰ ਉਹ ਲੋਕ ਜਿਹੜੇ ਨੇ ਬੜੇ ਪਿੱਛੇ ਰਹਿ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਗੱਲ ਹੋਣੀ ਬਹੁਤ ਜ਼ਰੂਰੀ ਹੈ। ਇੱਦਾਂ ਦੀ ਮਾਣਮੱਤੀ ਸ਼ਖਸੀਅਤ ਪੰਡਿਤ ਸ਼ਰਧਾ ਰਾਮ ਫਲੋਰੀ। ਜੇ ਤੁਹਾਨੂੰ ਯਾਦ ਹੋਵੇਗਾ ਕਿ ਆਰਤੀ ਓਮ ਜੈ ਜਗਦੀਸ਼ ਹਰੇ ਬਹੁਤ ਵੱਡਾ ਨਾਮ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੋਇਟਿਕ ਰਚਨਾਵਾਂ ਨੇ, ਸੁਤੰਤਰਤਾ ਸੈਨਾਨੀ ਰਹੇ ਨੇ। ਫਿਲਹਾਲ ਸਟੂਡੀਓ ਦੇ ਵਿੱਚ ਉਹ ਦੋ ਲੋਕ ਜਾਂ ਕਹਿ ਲਈਏ ਜਿਹੜੇ ਵੈਟਰਨ ਨੇ ਜਾਂ ਕੰਮ ਕਰ ਰਹੇ ਨੇ, ਪੰਡਿਤ ਸ਼ਰਧਾ ਰਾਮ ਫਲੋਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਔਰ 186ਵਾਂ ਜਨਮ ਦਿਨ ਉਹਨਾਂ ਦਾ ਮਨਾ ਰਹੇ ਨੇ। ਮੇਰੇ ਨਾਲ ਕ੍ਰਿਸ਼ਨ ਕੁਮਾਰ ਬਾਵਾ ਤੇ ਸਤੀਸ਼ ਮਲਹੋਤਰਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਜਦੋਂ ਗੱਲ ਕਰਦੇ ਹਾਂ ਸਟੋਰੀ ਦੀ ਜਾਂ ਇਹ ਵੀ ਕਿ ਬਹੁਤ ਪੁਰਾਣਾ ਇਤਿਹਾਸ ਹੈ, ਫਿਲੌਰ ਤੋਂ ਉੱਠ ਕੇ ਉਹਨਾਂ ਦਾ ਲਾਹੌਰ ਤੱਕ ਦਾ ਸਫ਼ਰ ਆਪਣੇ ਆਪ ਦੇ ਵਿੱਚ ਬੜਾ ਵੱਡਾ ਆ। ਆਪਾਂ ਸ਼ੁਰੂਆਤ ਉਤੋਂ ਕਰ ਲੈਂਦੇ ਕਿ ਇੰਨਾ ਫੇਮਸ ਕਿਉਂ ਨਹੀਂ ਹੋਇਆ? ਮਤਲਬ ਐਡਾ ਨਾਮ ਹੈ ਓਮ ਜੈ ਜਗਦੀਸ਼ ਹਰੇ, ਫਿਰ ਵੀ ਇੰਨਾ ਫੇਮਸ ਨਹੀਂ ਹੈ ਜਿੰਨਾ ਹੋਣਾ ਚਾਹੀਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਇਹ 'ਚ ਕੋਈ ਸ਼ੱਕ ਨਹੀਂ, ਸਾਡਾ ਤਾਂ ਪੰਜਾਬ ਦੀ ਧਰਤੀ ਅਨੇਕਾਂ ਯੋਧਿਆਂ ਸੂਰਮਿਆਂ ਨੂੰ ਜਨਮ ਦਿੱਤਾ, ਰਾਈਟਰਾਂ ਨੂੰ, ਇਤਿਹਾਸਕਾਰਾਂ ਨੂੰ, ਜਿਨ੍ਹਾਂ ਨੇ ਬੜੀਆਂ ਵੱਡੀਆਂ ਦੇਣ ਦਿੱਤੀ ਹੈ। ਕਿਤੇ ਨਾ ਕਿਤੇ ਵੱਡੇ ਰਾਈਟਰ, ਵੱਡੇ ਸ਼ਹੀਦ ਅਣਗੌਲੇ ਹੋਏ ਦੇਖਦੇ ਹਾਂ। ਮੈਂ ਪਿਛਲੇ ਲੰਮੇ ਸਮੇਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦਾ, 89 ਤੋਂ ਯਾਦ ਕਰਦਾ। ਕਿਸੇ ਨੇ 88 'ਚ ਉਹਦਾ ਫੰਕਸ਼ਨ ਨਹੀਂ ਸੀ ਕੀਤਾ। ਅੱਜ ਦੀਵਾਨ ਟੋਡਰਮਲ ਜੀ ਦੀ ਗੱਲ ਕਰ ਲਈਏ, 2.5 ਅਰਬ ਰੁਪਏ ਦੀਆਂ ਅਸ਼ਰਫੀਆਂ ਵਿਛਾ ਕੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦਾ ਕ੍ਰੀਮੇਸ਼ਨ ਕਰਾਉਣ ਵਾਲਾ ਕੋਈ ਨਹੀਂ ਯਾਦ ਕਰਦਾ। ਮੋਤੀ ਰਾਮ ਮਹਿਰਾ ਜੀ ਨੂੰ ਯਾਦ ਕਰ ਲਈਏ, ਜਿਨ੍ਹਾਂ ਨੇ ਇੱਕ ਦੁੱਧ ਦੇ ਗਲਾਸ ਬਦਲੇ ਸਾਰਾ ਟੱਬਰ ਪੀੜਿਆ ਗਿਆ, ਕੋਈ ਨਹੀਂ ਯਾਦ ਕਰਦਾ। ਇਹ ਰਾਈਟਰ ਅੱਖੋਂ ਪਰੋਖੇ ਹੋ ਜਾਂਦੇ ਨੇ। ਸਾਡਾ ਸਮਾਜ, ਸਾਡੀਆਂ ਸਰਕਾਰਾਂ ਕਿਤੇ ਨਾ ਕਿਤੇ ਧਿਆਨ ਨਹੀਂ ਦਿੰਦੀਆਂ। ਅਤੇ ਬਾਕੀ ਮੈਂ ਸਮਝਦਾ ਸਰਕਾਰਾਂ ਨਾਲੋਂ ਵੀ ਵੱਧ ਜਿਹੜੇ ਸਮਾਜ ਦੇ ਜਾਗਰੂਕ ਲੋਕ ਨੇ ਉਹਨਾਂ ਦਾ ਫਰਜ਼ ਹੈ। ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹਨਾਂ ਬਾਰੇ ਵੀ ਦੱਸਣਾ ਚਾਹੁੰਦਾ ਕਿ ਜੋ ਪੰਜਾਬ 'ਚ ਵੀ ਇੱਕ ਛੋਟੀ ਜਿਹੀ ਸ਼ੁਰੂਆਤ ਹੋਈ। ਸਾਡਾ ਬੜਾ ਸੀਮਤ ਦਾਇਰਾ ਹੈ। ਪ੍ਰੋਫੈਸਰ ਹਰਮਿੰਦਰ ਸਿੰਘ ਬੇਦੀ, ਅਸੀਂ ਲਾਹੌਰ ਕੇ ਪਾਕਿਸਤਾਨ ਗਏ। ਇਹ ਤਕਰੀਬਨ 2002 ਦੀ ਗੱਲ ਹੈ, 2001 ਜਾਂ 2 ਦੀ। ਉੱਥੇ ਲਾਹੌਰ ਸਾਨੂੰ ਇੱਕ ਹੋਟਲ 'ਚ ਦੋਨਾਂ ਨੂੰ ਕਮਰਾ ਮਿਲਿਆ ਅਤੇ ਬੇਦੀ ਸਾਹਿਬ ਮੈਨੂੰ ਕਹਿੰਦੇ, ਬਾਬਾ ਜੀ ਮੈਂ ਤੁਹਾਨੂੰ ਜਾਣਦਾ, ਸ਼ਾਇਦ ਤੁਸੀਂ ਮੈਨੂੰ ਨਹੀਂ ਜਾਣਦੇ। ਅਤੇ ਮੈਂ ਕਿਹਾ ਜੀ ਸੌਰੀ, ਮੈਂ ਨਹੀਂ ਪਛਾਣਦਾ। ਕਹਿੰਦੇ ਤੁਸੀਂ ਧੀਆਂ ਦੀ ਲੋਹੜੀ ਮਨਾਉਂਦੇ ਹੋ, ਬਾਬਾ ਬੰਦਾ ਬਹਾਦਰ ਜਿਹਨੂੰ ਯਾਦ ਕਰਦੇ ਹੋ, ਪਰ ਇੱਕ ਐਡਾ ਵੱਡਾ ਰਾਈਟਰ, ਜਿਹੜੀ ਗੱਲ ਤੁਸੀਂ ਕਹੀ। ਮੈਂ ਕਿਹਾ ਜੀ ਕੌਣ ਆ? ਕਹਿੰਦੇ ਓਮ ਜੈ ਜਗਦੀਸ਼ ਹਰੇ ਆਰਤੀ ਗਾਉਂਦੇ ਹੋ? ਮੈਂ ਕਿਹਾ ਹਾਂਜੀ। ਕਹਿੰਦੇ ਪਤਾ ਕਿਸ ਨੇ ਲਿਖੀ ਹੈ? ਮੈਂ ਕਿਹਾ ਸੁਣਿਆ ਵੀ ਫਲੋਰ। ਕਹਿੰਦਾ ਸੁਣਿਆ ਨਹੀਂ, ਅਸਲੀ ਪੰਡਿਤ ਸ਼ਰਧਾ ਰਾਮ ਫਲੋਰੀ ਤੁਹਾਡੇ ਗੁਆਂਢੀ, ਲੁਧਿਆਣੇ ਦੇ ਗੁਆਂਢੀ ਸ਼ਹਿਰ ਦੇ। ਪਰ ਆਰਤੀ ਪੂਰੀ ਦੁਨੀਆ ਦੇ ਵਿੱਚ ਫੇਮਸ। ਸ਼ਾਇਦ ਹੀ ਕੋਈ ਐਸੀ ਲਿਖਤ ਹੋਵੇ ਜਿਹੜੀ ਇੰਨੀ ਦੁਨੀਆ ਦੇ ਵਿੱਚ ਫੇਮਸ ਹੋਵੇ ਕਿ ਹਰ ਮੰਦਰ ਦੇ ਵਿੱਚ, ਹਰ ਦੁੱਖ ਸੁੱਖ ਦੇ ਵਿੱਚ ਗਾਈ ਜਾਵੇ, ਅਤੇ ਪਰ ਉਹਦੇ ਰਾਈਟਰ ਦਾ ਪਤਾ ਵੀ ਨਾ ਹੋਵੇ। ਇੱਕ ਵਾਰੀ ਮੈਂ ਕੈਨੇਡਾ ਸੀ, ਟੋਰਾਂਟੋ, ਮੈਂ ਇੱਕ ਮੰਦਰ ਦੇ ਵਿੱਚ ਗਿਆ ਅਤੇ ਮੈਂ ਉਹ ਪੰਡਿਤ ਜੀ ਆਰਤੀ ਗਾ ਕੇ ਹਟੇ, ਸ਼ਾਮ ਦਾ ਟਾਈਮ ਸੀ। ਮੈਂ ਕਿਹਾ ਪੰਡਿਤ ਜੀ ਜੇ ਜੋ ਆਰਤੀ ਗਾ ਰਹੇ ਥੇ, ਜੇ ਕਿਸ ਨੇ ਲਿਖੀ ਹੈ? कहते राम जी या कृष्ण जी ने लिखी होगी और किसने लिखनी है। मतलब कहने का भी उन्होंने भी नहीं पता, ਜਿਹੜੇ ਥਾਲੀ ਲੈ ਕੇ ਰੋਜ਼ ਗਾਉਂਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ। ਅਤੇ ਇਹ ਮੈਂ ਸਮਝਦਾ ਇੱਕ ਜਿੱਥੇ ਅਸੀਂ ਤਕਰੀਬਨ 21ਵਾਂ ਇਸ ਵਾਰ ਸਮਾਗਮ ਕਰ ਰਹੇ ਹਾਂ, 20 ਸਾਲ ਹੋ ਗਏ। ਅਤੇ ਹੁਣ ਇੱਕ ਜਿਹੜੀ ਟੀਮ ਦੇ ਅੰਦਰ, ਜਿਹੜਾ ਲੋਕਾਂ ਦੇ ਅੰਦਰ, ਤੁਹਾਨੂੰ ਦੱਸਣਗੇ ਮਲਹੋਤਰਾ ਜੀ ਕਿਵੇਂ ਫੋਨ ਆਉਂਦੇ ਨੇ ਲੋਕਾਂ ਦੇ ਵੀ ਯਾਰ ਤੁਸੀਂ ਬਹੁਤ ਅੱਛਾ ਕਰ ਰਹੇ ਹੋ। ਜਦ ਖਬਰਾਂ ਲੱਗਦੀਆਂ ਪੰਜਾਬ ਕੇਸਰੀ 'ਚ ਲੱਗੀ ਹੋਰ, ਅਤੇ ਬੜਾ ਮੈਸੇਜ ਜਾਂਦਾ ਕਿ ਯਾਰ ਤੁਸੀਂ ਲੋਕ ਐਡੇ ਵੱਡੇ ਜਿਹਨੂੰ ਕਿਸੇ ਨੇ ਨਹੀਂ ਧਿਆਨ ਦਿੱਤਾ, ਤੁਸੀਂ ਉਹਨੂੰ ਯਾਦ ਕਰ ਰਹੇ ਹੋ, ਤੁਸੀਂ ਉਹਦਾ ਦਿਨ ਮਨਾ ਰਹੇ ਹੋ। ਅੱਛਾ ਸਤੀਸ਼ ਜੀ, ਮਤਲਬ ਤੁਸੀਂ ਕਿਉਂ? ਕਿਉਂਕਿ ਤੁਸੀਂ ਤਾਂ ਆਫਿਸਰ ਰਿਟਾਇਰਡ ਹੋ, ਤੁਹਾਡਾ ਮਤਲਬ ਇੱਧਰ ਝੁਕਾਨ ਕਿਵੇਂ ਹੈ? ਕੀ ਰੀਜ਼ਨ ਕੀ ਆ ਔਰ ਤੁਸੀਂ ਕਿੱਦਾਂ ਦੇਖਦੇ ਹੋ ਸਭ ਨੂੰ? ਦੇਖੋ, ਜਿਵੇਂ ਬਾਬਾ ਜੀ ਨੇ ਤੁਹਾਨੂੰ ਦੱਸੀ ਆ ਗੱਲ ਵੀ ਕੁਛ ਐਸੀਆਂ ਮਹਾਨ ਸ਼ਖਸੀਅਤਾਂ ਨੇ ਜਿਹੜੀਆਂ ਬੜੀਆਂ ਅਣਗੌਲੀਆਂ। ਮੈਂ ਸਿਰਫ ਇੰਨੀ ਗੱਲ ਕਹੂੰਗਾ ਵੀ ਆਪਾਂ ਉਸ ਸਮੇਂ ਨੂੰ ਯਾਦ ਕਰ ਲਈਏ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਔਰ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਨੇ ਉਹ ਆਰਤੀ ਜਿਹੜੀ ਲਿਖੀ ਸੀ। ਅਗਰ ਮੈਂ ਬਹੁਤ ਇਹਨੂੰ ਡੂੰਘਾਈ ਨਾਲ ਸਟੱਡੀ ਕਰਾਂ, ਜਿਸ ਤਰੀਕੇ ਨਾਲ ਗਣੇਸ਼ ਪੂਜਾ ਨੇ ਸਾਡੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ, ਉਸੇ ਤਰ੍ਹਾਂ ਇਹ ਸਾਡੀ ਜਿਹੜੀ ਇਸ ਓਮ ਜੈ ਜਗਦੀਸ਼ ਹਰੇ ਆਰਤੀ ਨੇ ਬਹੁਤ ਵੱਡਾ ਯੋਗਦਾਨ ਹੈ ਆਜ਼ਾਦੀ ਦੇ ਵਿੱਚ। ਉਹ ਕਿਉਂ ਯੋਗਦਾਨ ਹੈ? ਕਿਉਂਕਿ ਜਦੋਂ ਲੋਕ ਇਕੱਠੇ ਹੁੰਦੇ ਸੀ
ਤਾਂ ਅੰਗਰੇਜ਼ ਬਹੁਤ ਜ਼ਿਆਦਾ ਤਸ਼ੱਦਦ ਕਰਦੇ ਸੀ ਲੋਕਾਂ ਤੇ ਵੀ ਇਹ ਸਾਡੇ ਖਿਲਾਫ ਕੋਈ ਬਗਾਵਤ, ਸਾਡੇ ਖਿਲਾਫ ਕੋਈ ਐਸਾ ਸਿਸਟਮ ਕਰ ਰਹੇ ਨੇ। ਲੇਕਿਨ ਪੰਡਿਤ ਸ਼ਰਧਾ ਰਾਮ ਫਲੌਰੀ ਜੀ ਨੇ ਇੱਕ ਐਸਾ ਜਾਦੂ, ਇੱਕ ਐਸਾ ਮੰਤਰ, ਇੱਕ ਐਸੀ ਸਾਨੂੰ ਸੇਧ ਦਿੱਤੀ ਕਿ ਜਦੋਂ ਅਸੀਂ ਆਰਤੀ ਗਾਉਂਦੇ ਸੀ ਤਾਂ ਅਸੀਂ ਸਾਰੇ ਲੋਕ ਇਕੱਠੇ ਹੁੰਦੇ ਸੀ ਉਸ ਟਾਈਮ, ਔਰ ਜੋ ਵੀ ਅੰਗਰੇਜ਼ਾਂ ਦੇ ਖਿਲਾਫ ਜੋ ਸੋਚਣਾ ਜਾਂ ਕਰਨਾ ਉਹ ਕਰਦੇ ਸੀ। ਲੇਕਿਨ ਅੰਗਰੇਜ਼ਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਲੱਗਦਾ, ਅੰਗਰੇਜ਼ ਸਮਝਦੇ ਸੀ ਵੀ ਇਹ ਕੋਈ ਧਾਰਮਿਕ ਆਰਤੀ ਗਾ ਰਹੇ ਨੇ। ਸੋ ਮੈਂ ਇਹ ਗੱਲ ਕਹਾਂਗਾ ਵੀ ਪੰਡਿਤ ਸ਼ਰਧਾ ਰਾਮ ਫਲੌਰੀ ਜੀ ਜਿੱਥੇ ਉਹਨਾਂ ਨੇ ਸਾਨੂੰ ਇੱਕ ਇਹ ਮਹਾਨ ਦੇਣ ਦਿੱਤੀ ਹੈ, ਉਹਦੇ ਨਾਲ ਨਾਲ ਉਹਨਾਂ ਨੇ ਇੱਕ ਐਸੀ ਚੀਜ਼ ਜਿਸ ਗੱਲ ਤੋਂ ਅਸੀਂ ਸਾਰੇ ਅਣਗੌਲੇ ਹਾਂ ਵੀ ਕਿਉਂ ਇਹ ਆਰਤੀ ਇਸ ਕਰਕੇ ਸੀ। ਆਜ਼ਾਦੀ ਦੇ ਵਿੱਚ ਅਗਰ ਮੈਂ ਇਹ ਕਹਾਂ ਵੀ ਬਹੁਤ ਵੱਡਾ ਯੋਗਦਾਨ ਇਹ ਸੋਮ ਜੈ ਜਗਦੀਸ਼ ਹਰੇ ਆਰਤੀ ਦਾ, ਤਾਂ ਇਹਦੇ 'ਚ ਕੋਈ ਅਤਕਥਨ ਨਹੀਂ। ਅੱਛਾ, ਇੱਕ ਨੋਵਲ ਵੀ ਆ, ਉਹ ਪੂਰਾ ਦੱਸਦਾ ਹੈ ਕਿ ਕਿਵੇਂ ਸਾਊਥ ਦੇ ਸ਼ਬਦ ਫਲਾਣਾ ਬੰਦਾ ਆਉਂਦਾ, ਫਿਰ ਉਹ ਆਰਤੀ ਬਣਦੀ ਆ। ਮੈਨੂੰ ਲੱਗਦਾ ਵੀ ਚਲੋ ਤੁਸੀਂ ਬਹੁਤ ਸੋਹਣਾ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਇਨਟੋਲਰੈਂਸ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੱਧਦੀ ਜਾ ਰਹੀ ਆ? ਲੋਕਾਂ ਨੂੰ ਲੱਗਦਾ ਵੀ ਸ਼ਾਇਦ ਇੱਕ ਧਰਮ ਉਹ ਹੈ ਸ੍ਰੇਸ਼ਟ ਹੈ, ਫਲਾਣਾ ਧਰਮ ਗਲਤ ਹੈ, ਜਦ ਕਿ ਸਾਡੇ ਵਰਗਾ ਮੁਲਕ ਜਿਹੜਾ ਗੁਲਦਸਤਾ ਆ ਬੜੇ ਸਾਰੇ ਮੁਲਕ ਧਰਮਾਂ ਦਾ, ਅਸੀਂ ਬੂਟੇ ਹਾਂ ਵੱਖਰੇ ਵੱਖਰੇ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿਉਂਕਿ ਤੁਸੀਂ ਬੜੇ ਚਿਰ ਤੋਂ ਕੰਮ ਕਰਦੇ ਆ, ਜਾਂ ਮੈਨੂੰ ਹੀ ਹੋ ਰਿਹਾ? ਜਤਿੰਦਰ ਜੀ, ਮੈਂ ਇਸ ਟੌਪਿਕ ਤੇ ਇੱਕ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਹੈ, ਇੱਕ ਐਸਾ ਤੁਸੀਂ ਲੜਾਈ ਲੜਨੀ ਆ ਪੋਲੀਟੀਕਲ ਜੋ ਮਰਜ਼ੀ ਲੜੋ, ਪਰ ਇੱਕ ਸਨਾਤਨ ਧਰਮ ਦੇ ਖਿਲਾਫ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਹੈ ਛੜਯੰਤਰ ਰਚਿਆ ਜਾ ਰਿਹਾ। ਅਸੀਂ ਕਰੀਬ 700 ਸਾਲ ਸਾਡੇ ਦੇਸ਼ ਦੇ ਉੱਤੇ ਜਿਹੜਾ ਮੁਗਲਾਂ ਨੇ ਰਾਜ ਕੀਤਾ ਵੱਖ ਵੱਖ ਰੂਪਾਂ ਦੇ ਵਿੱਚ, 150 ਸਾਲ ਸਾਡੇ ਤੇ ਈਸਟ ਇੰਡੀਆ ਕੰਪਨੀ ਨੇ ਰਾਜ ਕੀਤਾ, 90 ਸਾਲ ਸਾਡੇ ਤੇ ਕਰਾਊਨ ਨੇ ਰਾਜ ਕੀਤਾ। ਅਗਰ 1000 ਸਾਲ ਦੇ ਵਿੱਚ ਇਹ ਸਾਡੇ ਸਨਾਤਨ ਧਰਮ ਨੂੰ ਨਹੀਂ ਮਿਟਾ ਸਕੇ ਤਾਂ ਇਹਨਾਂ ਦੀ ਤਾਕਤ ਨਹੀਂ ਇਹ ਮਿਟਾ ਸਕਣ। ਮੈਂ ਇਸ ਕਰਕੇ ਕਹਿ ਰਿਹਾ ਵੀ ਇਹ ਪੰਡਿਤ ਸ਼ਰਧਾ ਰਾਮ ਫਲੌਰੀ ਜੀ ਸੀ, ਜਦੋਂ ਇਹਨਾਂ ਨੇ ਜਿਹੜਾ ਉਸ ਅੰਗਰੇਜ਼ਾਂ ਦੇ ਤਸ਼ੱਦਦ ਦੇ ਦੌਰਾਨ ਪਿੰਡ ਪਿੰਡ ਜਾ ਕੇ, ਕਸਬੇ ਕਸਬੇ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਇਹਨਾਂ ਨੇ ਉਹ ਸਨਾਤਨ ਧਰਮ ਦਾ ਪ੍ਰਚਾਰ ਕੀਤਾ, ਜਿਹਦੀ ਬਦੌਲਤ ਤੁਹਾਨੂੰ ਪਤਾ ਵੀ ਉਹਨਾਂ ਨੂੰ ਆਪਣਾ ਇੱਥੋਂ ਨਿਕਾਲਾ ਵੀ ਦਿੱਤਾ ਗਿਆ ਤੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਲਾਹੌਰ ਜਾ ਕੇ ਜਲਾ ਵਤਨ ਕੀਤਾ ਗਿਆ ਸੀ। ਸੋ ਕਿਤੇ ਨਾ ਕਿਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਸਾਡੀ ਹਰ ਇੱਕ ਦੀ ਸਾਡੀ ਸੋਚ ਇਹੀ ਹੈ, ਪਰ ਕੁਝ ਲੋਕਾਂ ਦੀ ਸੋਚ ਐਸੀ ਹੈ ਜਿਹੜੀ ਕਿ ਬਿਨਾਂ ਨਸਤ ਤੁਸੀਂ ਆਪਣੇ ਧਰਮ ਦੇ ਵਿੱਚ ਆਪਣਾ ਪ੍ਰਚਾਰ ਕਰੋ। ਵਾਈ ਯੂ ਆਰ ਅਟੈਕਿੰਗ ਦਾ ਅਦਰ ਧਰਮ? ਸੋ ਮੈਂ ਸਮਝਦਾ ਵੀ ਇਹ ਜਿਹੜਾ ਸਨਾਤਨ ਧਰਮ ਦੇ ਉੱਤੇ ਜਿਹੜਾ ਅਟੈਕ ਕੀਤਾ ਜਾ ਰਿਹਾ, ਅੱਜ ਤੁਸੀਂ ਇਹ ਗੱਲ ਪੁੱਛੀ ਸੀ ਵੀ ਉਹਨੂੰ ਕਿਉਂ ਦੁਬਾਰਾ ਹੋ ਰਹੀ, ਇਹ ਵੀ ਇੱਕ ਬੜਾ ਵੱਡਾ ਰੀਜ਼ਨ ਹੈ, ਕਿਉਂਕਿ ਸਨਾਤਨ ਧਰਮ ਦਾ ਪ੍ਰਚਾਰ ਕਰਨ ਵਾਲੇ ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਜਿੱਥੇ ਕੋਈ ਜਾਣਦਾ ਨਹੀਂ ਸੀ ਔਰ ਅੰਗਰੇਜ਼ਾਂ ਦਾ ਜ਼ੁਲਮ ਸੀ, ਤਾਂ ਇਹ ਪੰਡਿਤ ਸ਼ਰਧਾ ਰਾਮ ਫਲੌਰੀ ਜੀ ਸੀ। ਸੋ ਅੱਜ ਜਿਹੜੀ ਹੈ ਦੁਬਾਰਾ ਉਹਨਾਂ ਨੂੰ ਤੁਸੀਂ ਦੇਖੋਗੇ, ਜਿਵੇਂ ਬਾਬਾ ਜੀ ਨੇ ਦੱਸਿਆ, ਇੰਨੇ ਕੁ ਲੋਕਾਂ ਦੇ, ਇੰਨੇ ਕੁ ਬਾਹਰਲੇ ਦੇਸ਼ਾਂ ਦੇ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਹੂ ਇਜ਼ ਦਾ ਰਾਈਟਰ ਆਫ ਜੈ ਜਗਦੀਸ਼ ਹਰੇ। ਕੋਈ ਸਮਝਦਾ, ਕੋਈ ਕਹਿੰਦਾ ਵੀ ਸ਼੍ਰੀ ਰਾਮ ਜੀ ਦੀ ਲਿਖੀ, ਕੋਈ ਭਗਵਾਨ ਜੀ ਦੀ ਲਿਖੀ ਹੋਈ, ਕੋਈ ਕਿਸੇ ਨੂੰ। ਲੇਕਿਨ ਹੁਣ ਜਦੋਂ ਉਹਨਾਂ ਨੂੰ ਜਾਗਰਤੀ ਆ ਰਹੀ ਹੈ ਵੀ ਇੱਕ ਐਸੀ ਸ਼ਖਸੀਅਤ ਜਿਹੜੇ ਕਈ ਸਾਲਾਂ ਤੋਂ ਅਣਗੌਲੀ ਸੀ, ਉਹਨੇ ਲਿਖੀ, ਤਾਂ ਅੱਜ ਲੋਕ ਜਿਹੜੇ ਬੜੇ ਉਤਸ਼ਾਹ ਦੇ ਨਾਲ ਉਹਨਾਂ ਨੂੰ ਯਾਦ ਕਰ ਰਹੇ। ਅੱਛਾ ਬਾਬਾ ਸਾਹਿਬ, ਕੀ ਪ੍ਰੋਗਰਾਮ ਕਰਦੇ ਹੋ ਤੁਸੀਂ? ਬੇਸਿਕਲੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਪ੍ਰੋਗਰਾਮ ਹੁੰਦਾ? ਬੇਸਿਕਲੀ ਕਿਉਂਕਿ ਮੈਂ ਸਮਝਦਾ ਆਰਤੀ ਦੇ ਨਾਲ ਨਾਲ ਉਹਨਾਂ ਦੇ ਜੀਵਨ ਦੇ ਬਾਕੀ ਪੱਖ ਵੀ ਨੇ। ਜਿਸ ਤਰ੍ਹਾਂ ਮਲਹੋਤਰਾ ਜੀ ਨੇ ਦੱਸਿਆ, ਅੰਗਰੇਜ਼ ਹਕੂਮਤ, ਅੰਗਰੇਜ਼ ਨੂੰ ਫਰੰਗੀ ਕਹਿਣ ਵਾਲੇ ਪੰਡਿਤ ਸ਼ਰਧਾ ਰਾਮ ਫਲੌਰੀ ਸੀ। ਕਪੂਰਥਲੇ ਦਾ ਰਾਜਾ ਧਰਮ ਪਰਿਵਰਤਨ ਕਰਨ ਜਾ ਰਿਹਾ ਸੀ, ਉਸ ਨੂੰ ਧਰਨਾ ਦੇਣਾ, ਉਸ ਨੂੰ ਸਮਝਾਉਣਾ, ਉਸ ਨੂੰ ਰੋਕਣਾ, ਤੇ ਜਦ ਉਹ ਸਮਝ ਗਿਆ ਤੇ ਫਿਰ ਉਹ ਹਾਥੀ ਘੋੜਿਆਂ ਨਾਲ ਪੰਡਿਤ ਜੀ ਨੂੰ ਫਲੌਰ ਛੱਡ ਕੇ ਗਿਆ। ਫਿਰ ਉਹਨਾਂ ਦੀਆਂ ਤੁਸੀਂ ਇਹ ਦੇਖੋ, ਇੱਕ ਭਾਗਿਆਵਤੀ ਨਾਵਲ ਲਿਖਿਆ, ਭਾਗਿਆਵਤੀ ਨਾਵਲ, ਉਹ ਲੜਕੀਆਂ ਨੂੰ, ਬੇਟੀਆਂ ਨੂੰ ਦਾਜ ਦੇ ਵਿੱਚ ਦਿੱਤਾ ਜਾਂਦਾ ਸੀ। ਉਹ ਜਿਹੜੇ ਸੰਸਕਾਰ ਦਿੰਦਾ ਸੀ, ਜਿਹੜਾ ਤੁਹਾਨੂੰ ਸਹੁਰੇ ਘਰ ਜਾ ਕੇ ਬੇਟੀ ਨੇ ਕਿਸ ਤਰ੍ਹਾਂ ਰਹਿਣਾ, ਕਿਸ ਤਰ੍ਹਾਂ ਉੱਥੇ ਦਾ ਸਤਿਕਾਰ ਕਾਇਮ ਰੱਖਣਾ, ਇਹ ਸਾਰੀਆਂ ਸਿੱਖਿਆ ਦਿੰਦਾ ਸੀ। ਤੇ ਅੱਜ ਵੀ ਮੈਨੂੰ ਮਹਿਸੂਸ ਹੁੰਦਾ ਕਿ ਉਹ ਭਾਗਿਆਵਤੀ ਨਾਵਲ ਅੱਜ ਵੀ ਸਾਨੂੰ ਦੇਣ ਦੀ ਲੋੜ ਹੈ, ਕਿਉਂਕਿ ਅੱਜ ਸਾਡੇ ਸਮਾਜ ਅੰਦਰ, ਯੂਥ ਦੇ ਅੰਦਰ ਸਹਿਨਸ਼ੀਲਤਾ ਖਤਮ ਹੈ, ਸਹਿਜ ਖਤਮ ਹੈ, ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਸਮਾਜ 'ਚ ਵੀ ਦੇਖਦੇ ਹਾਂ, ਤੁਸੀਂ ਕਿਤੇ ਵੀ ਦੇਖ ਲਓ, ਪਰਿਵਾਰਾਂ ਦੇ ਵਿੱਚ ਵੀ ਇਹ ਹਾਲ ਹੈ। ਤੇ ਇਹ ਦੁੱਖਾਂ ਦਾ ਕਾਰਨ ਹੈ। ਤੇ ਰੋਜ਼ਾਨਾ ਅਖਬਾਰਾਂ ਭਰੀਆਂ ਹੁੰਦੀਆਂ ਨੇ, ਕਿਤੇ ਕਿਸੇ ਨੇ ਗੋਲੀ ਚਲਾਉਣ ਦਾ ਕਾਰਨ ਇੱਕ ਬਹੁਤ ਮਾਮੂਲੀ ਹੁੰਦਾ,
ਪਰ ਕਤਲ ਹੋ ਜਾਂਦਾ ਬੰਦੇ ਦਾ, ਉਹ ਬਹੁਤ ਵੱਡਾ ਹੁੰਦਾ ਹੈ। ਅੱਛਾ, ਤੁਸੀਂ, ਮੈਂ ਤੁਹਾਡੇ ਤੋਂ ਪੁੱਛ ਰਿਹਾ ਸੀ ਵੀ ਤੁਸੀਂ ਪ੍ਰੋਗਰਾਮ ਕਰਦੇ ਹੋ ਤਾਂ ਫਿਰ ਹਾਂਜੀ, ਤੁਸੀਂ ਅਸੀਂ ਇਹਦੇ ਵਿੱਚ ਜਿਹੜਾ ਸ਼ੁਰੂਆਤ ਆਰਤੀ ਨਾਲ ਕਰਾਂਗੇ। ਸਾਡੇ ਇੱਕ ਮਹਿੰਦੀ ਰੱਤਾ ਜੀ ਬੜੇ ਵੱਡੇ ਭਜਨ ਸਮਰਾਟ ਨੇ, ਉਹ ਆਰਤੀ ਨਾਲ ਸ਼ੁਰੂਆਤ ਕਰਨਗੇ ਤਾਂ ਕਿ ਹੋਰ ਥੋੜਾ ਰਸ ਭਰਨ ਵਾਲੀ ਗੱਲ। ਉਸ ਤੋਂ ਬਾਅਦ ਬੇਦੀ ਸਾਹਿਬ ਵੀ ਪਹੁੰਚ ਰਹੇ ਨੇ, ਉਹਨਾਂ ਦੇ ਜੀਵਨ ਤੇ ਰੌਸ਼ਨੀ ਪਾਉਣਗੇ। ਅਸਲੀ ਤਾਂ ਗੱਲ ਹੀ ਇਹ ਹੈ ਕਿ ਉਹਨਾਂ ਦੇ ਜੀਵਨ ਬਾਰੇ ਵਿਚਾਰਾਂ ਹੋਣੀਆਂ, ਉਹਨਾਂ ਦੀ ਦੇਣ ਬਾਰੇ ਵਿਚਾਰਾਂ ਹੋਣੀਆਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਹੋਰ ਕਰ ਸਕਦੇ ਹਾਂ ਜਿਹੜਾ ਕਿ ਉਹਨਾਂ ਦੇ ਨਾਮ ਨੂੰ, ਉਹਨਾਂ ਦੀ ਸਮਾਜ ਨੂੰ ਦੇਣ ਨੂੰ ਅਸੀਂ ਇਸ ਤੋਂ ਬਾਅਦ ਇਹਦਾ ਦਾਇਰਾ ਹੋਰ ਵਿਸ਼ਾਲ ਕਰੀਏ। ਤੇ ਜਿਸ ਤਰ੍ਹਾਂ ਹੁਣੇ ਅਸੀਂ ਬਣਾ ਰਹੇ ਸੀ ਕਿ ਅਸੀਂ ਸਾਰਾ ਸਤੰਬਰ ਮਹੀਨਾ ਨੈਕਸਟ ਈਅਰ ਚਾਹੁੰਦੇ ਹਾਂ ਕਿ ਅਸੀਂ ਸਮਾਗਮ ਕਰੀਏ, ਸਾਰੇ ਜ਼ਿਲ੍ਹਿਆਂ ਦੇ ਵਿੱਚ ਸਮਾਗਮ ਕਰੀਏ ਤਾਂ ਕਿ ਲੋਕਾਂ ਦੇ ਵਿੱਚ, ਕਿਉਂਕਿ ਉਹ ਤਾਂ ਇੱਕ ਮੈਂ ਸਮਝਦਾ ਪੰਡਿਤ ਜੀ ਦਾ ਇੱਕ ਸੈਕੂਲਰ ਸੋਚ ਦੇ ਧਾਰਨੀ ਸਨ। ਕਿਉਂਕਿ ਸਾਡਾ ਤਾਂ ਦੇਸ਼ ਦੀ ਬਣਤਰ ਐਸੀ ਆ, ਅਨੇਕਾਂ ਧਰਮ, ਅਨੇਕਾਂ ਜਾਤੀਆਂ, ਅਨੇਕਾਂ ਭਾਸ਼ਾਵਾਂ, ਅਨੇਕਾਂ ਪਹਿਰਾਵੇ, ਜਿਵੇਂ ਅਨੇਕਤਾ ਮੇਂ ਏਕਤਾ, ਇਹੀ ਤਾਂ ਭਾਰਤ ਦੀ ਪਹਿਚਾਣ ਹੈ। ਉਹਨਾਂ ਦਾ ਸ਼ਾਦੀ ਵੀ ਮਹਿਤਾਬ ਕੌਰ ਨਾਲ ਹੋਈ, ਇੱਕ ਸਿੱਖ ਪਰਿਵਾਰ 'ਚ ਹੋਈ ਪੰਡਿਤ ਜੀ ਦੀ। ਤੇ ਪੰਡਿਤ ਜੀ ਦੀਆਂ ਜਿਹੜੀਆਂ ਸਿੱਖ ਰਾਜ ਦੀ ਵਿਥਿਆ ਉਹਨਾਂ ਨੇ ਲਿਖਿਆ, ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ। ਮੇਰਾ ਮਤਲਬ ਪੰਡਿਤ ਜੀ ਦੀ ਜਿਹੜੀ ਦੇਣ ਹੈ, ਜਿਹੜੇ ਉਹਨਾਂ ਦੇ ਜੀਵਨ ਦੇ ਪੱਖ ਹੈ, ਉਹਨਾਂ ਨੂੰ ਸਾਰਿਆਂ ਨੂੰ ਲੋਕਾਂ 'ਚ ਲੈ ਕੇ ਜਾਈਏ ਤਾਂ ਪਤਾ ਲੱਗਦਾ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਫਰਕ ਦੀ, ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇਖੀਏ, ਜੋ ਮੇਰੀ ਭਾਵਨਾ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ। ਮੇਰਾ ਪਿੰਡ ਰਕਬਾ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ 'ਤੇ ਇੱਕ ਉੱਥੇ ਭਵਨ ਬਣਿਆ, ਇੱਕ ਉੱਥੇ ਸ਼ਬਦ ਪ੍ਰਕਾਸ਼ ਅਜਾਇਬ ਘਰ ਬਣਾਇਆ ਗਿਆ। ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀਕਾਰ ਨੇ, 6 ਗੁਰੂ 15 ਭਗਤ 11 ਭੱਟ 4 ਗੁਰਸਿੱਖਾਂ ਦੀ ਬਾਣੀ ਹੈ। ਤੇ ਮੈਂ ਸਮਝਦਾ ਉਹ ਤਾਂ ਪੂਰੇ ਦੇਸ਼ ਨੂੰ ਇੱਕ ਲੜੀ 'ਚ ਪਰੋਤਾ ਗੁਰੂ ਅਰਜਨ ਦੇਵ ਜੀ ਨੇ, ਹੈ ਜੀ, ਪੂਰੇ ਲੜੀ 'ਚ ਪਰੋਤਾ। ਤੇ ਸਾਡੇ ਤਾਂ ਫਰਕ ਆਦਾ, ਮੈਂ ਸਮਝਦਾ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸਮੁੱਚੀ ਮਨੁੱਖਤਾ ਦੇ ਲਈ ਨੇ, ਜਿਹੜੀ ਵਿਸ਼ਵ ਦੇ ਵਿੱਚ ਬੈਠੀ ਸਮੁੱਚੀ ਮਨੁੱਖਤਾ, ਕਿਸੇ ਇੱਕ ਧਰਮ ਦੇ ਨਹੀਂ, ਕੋਈ ਉਹ ਨਹੀਂ ਮੇਲ ਕਰ ਸਕਦਾ, ਉਹ ਸਾਰਿਆਂ ਦੇ ਨਹੀਂ। ਇਸ ਕਰਕੇ ਇਹ ਜਿਹੜੇ ਲੋਕ ਕੋਈ ਸਿਆਸੀ ਦੁਕਾਨਦਾਰੀਆਂ ਲਈ, ਕੋਈ ਉਹਨਾਂ ਨੂੰ ਵਰਤਣ ਵਾਲੀ ਗੱਲ, ਕੋਈ ਆਪਣੇ ਕੋਈ ਐਂ ਹੱਥ ਕਰੀ ਬੈਠੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾਲਤਾ, ਮਹਾਨਤਾ ਵਿਸ਼ਾਲ ਹੈ। ਅਸੀਂ ਪ੍ਰਿੰਟਵਿਲ ਤੋਂ, ਅੰਮ੍ਰਿਤਸਰ ਤੋਂ ਕਿਤਾਬ ਛਪ ਰਹੀ ਹੈ, ਉਸੇ ਮਿਊਜ਼ੀਅਮ 'ਤੇ ਅਸੀਂ ਹਿੰਦੀ, ਪੰਜਾਬੀ, ਇੰਗਲਿਸ਼ ਦੇ ਵਿੱਚ ਜਿਹੜੇ ਸਾਰੇ ਬਾਣੀਕਾਰ ਨੇ ਉਹਨਾਂ ਦੇ ਸ਼ਬਦ ਸਾਰੇ ਸ਼ੋਭਤ ਹੋਣਗੇ। ਨਵੰਬਰ 'ਚੋਂ ਕਿਤਾਬ। ਅੱਛਾ, ਇਸ ਪ੍ਰੋਗਰਾਮ ਦੇ ਵਿੱਚ ਪੰਡਿਤ ਸ਼ਰਧਾ ਰਾਮ ਫਲੋਰੀ ਦੀ ਡੈਂਸਿਟੀ ਤੋਂ ਵੀ ਕੋਈ ਆਉਂਦਾ ਆ ਜਾਂ ਕਿਵੇਂ, ਕੁਝ ਹੈ ਰਾਬਤਾ ਕਿਸੇ ਨਾਲ? ਅਸੀਂ ਜਾ ਰਹੇ ਹਾਂ, ਹੁਣ ਵੀ ਜਾ ਰਹੇ ਹਾਂ ਵਾਪਸ, ਪਰ ਉਹਨਾਂ ਦੇ ਕੋਈ ਪਰਿਵਾਰ ਦਾ ਕੋਈ ਇੰਨਾ ਕੋਈ ਐਕਟਿਵ ਨਹੀਂ, ਕੋਈ ਪ੍ਰੋਪਰ ਮਿਲਦਾ ਕੋਈ ਹੈ ਨਹੀਂ ਗਾ। ਤੇ ਪਰ ਅਸੀਂ ਜਿੱਥੇ, ਕਿਉਂਕਿ ਉਹਨਾਂ ਨੇ ਲੇਡੀਜ਼ ਦੇ ਲਈ, ਉਹਨਾਂ ਨੇ ਮਹਿਲਾਵਾਂ ਲਈ ਬੜਾ ਕੀਤਾ, ਸਤੀ ਪ੍ਰਥਾ ਦਾ ਵਿਰੋਧ ਕੀਤਾ, ਬਾਲ ਵਿਵਾਹ ਦਾ ਵਿਰੋਧ ਕੀਤਾ। ਤੇ ਜਿਹੜਾ ਉਹਨਾਂ ਦੀ ਯਾਦ 'ਚ ਮੰਦਿਰ ਹੈ, ਉਹਦੀ ਕਮੇਟੀ 'ਚ ਵੀ ਮਹਿਲਾਵਾਂ ਹੀ ਨੇ, ਕੋਈ ਜੈਂਟਸ ਨਹੀਂ ਹੈ, ਮਹਿਲਾਵਾਂ ਨੇ। ਉਹਨਾਂ ਨੇ ਜਿਹੜਾ ਇਸਤਰੀ ਜਾਤੀ ਦਾ ਮੈਂ ਸਮਝਦਾ ਸਤਿਕਾਰ ਵਧਾਉਣ ਦੇ ਲਈ ਵੀ ਸਮਾਜ 'ਚ ਪੰਡਿਤ ਜੀ ਨੇ ਵੱਡਾ ਰੋਲ ਅਦਾ ਕੀਤਾ। ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦਾ ਕਿ ਤੁਹਾਡਾ ਇਹ ਪ੍ਰੋਜੈਕਟ ਜਿਹੜਾ ਹੈ, ਜਾਂ ਤੁਹਾਡਾ ਤੁਸੀਂ ਬੜੇ ਚੰਗਾ ਕਾਰਜ ਰਚ ਰਹੇ ਹੋ। ਅਸੀਂ ਇੱਕ ਜਿਹੜੀ ਵੱਡੀ ਬੇਨਤੀ ਕਿ 30 ਸਤੰਬਰ ਸਵੇਰੇ 10 ਵਜੇ ਲక్ష్ਮੀ ਨਾਰਾਇਣ ਮੰਦਿਰ, BRS ਨਗਰ, ਲੁਧਿਆਣਾ, ਕਿਉਂਕਿ ਤੁਹਾਡੀ ਆਵਾਜ਼ ਬੜੀ ਦੂਰ ਤੱਕ ਜਾਣੀ ਹੈ, ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਸਾਡੀ ਟੀਮ, ਪ੍ਰੀਸ਼ ਜੀ, ਨਵੀ ਜੀ, ਮੈਣੀ ਜੀ, ਸਾਰੇ ਬੈਠੇ ਨੇ, ਮਲਹੋਤਰਾ ਜੀ ਸਾਡੇ ਹੈੱਡ ਨੇ, ਤੇ ਸਾਡੀ ਸਾਰਿਆਂ ਵੱਲੋਂ ਬੇਨਤੀ ਹੈ ਕਿ ਆਓ ਆਪਾਂ ਸਾਰੇ ਰਲ ਕੇ, ਸਾਰੇ ਬੈਠ ਕੇ ਇਹ ਦਿਹਾੜਾ ਮਨਾਈਏ ਤੇ ਉਸ ਮਹਾਨ ਰਾਈਟਰ ਨੂੰ ਯਾਦ ਕਰੀਏ, ਉਸ ਮਹਾਨ ਸੁਤੰਤਰਤਾ ਸੰਗਰਾਮੀ ਨੂੰ ਯਾਦ ਕਰੀਏ, ਜਿਨੇ ਸਮਾਜ ਨੂੰ ਬੜਾ ਕੁਝ ਦਿੱਤਾ ਆਪਣੀ ਲਿਖਤ ਦੇ ਰਾਹੀਂ, ਆਪਣੇ ਕਰਤੱਵ ਦੇ ਰਾਹੀਂ। ਆਪਣੇ ਖਹਿਰਾ ਸਾਹਿਬ, ਮੈਂ 1 ਮਿੰਟ ਬਸ, ਮੈਂ ਬਾਬਾ ਜੀ ਦੀ ਗੱਲ ਨੂੰ ਡਿੱਟੋ ਕਰਦਾ ਹੋਇਆ ਮੈਂ ਇਹ ਗੱਲ ਕਹਿਣਾ ਵੀ ਜੋ ਉਹ ਮਹਾਨ ਸ਼ਖਸੀਅਤ, ਉਹਦੀ ਆਰਤੀ ਇਕੱਲੀ ਹਿੰਦੁਸਤਾਨ ਦੇ ਵਿੱਚ ਨਹੀਂ, ਅਮਰੀਕਾ, ਕੈਨੇਡਾ, ਜਿਹੜੇ ਮਰਜ਼ੀ ਕੰਟਰੀ 'ਚ ਚੱਲ ਜਾਈਏ, ਦੁੱਖ ਹੋਵੇ, ਸੁੱਖ ਹੋਵੇ, ਸ਼ੁਰੂਆਤ ਔਰ ਐਂਡ ਦੇ ਵਿੱਚ ਉਹ ਆਰਤੀ ਕੀਤੀ ਜਾਂਦੀ ਹੈ। ਅਣਗੌਲੀ ਸ਼ਖਸੀਅਤ ਸੀ, ਬੀੜਾ ਚੱਕਿਆ ਗਿਆ, ਪਰ ਇਹਦੇ ਵਿੱਚ ਜਿਹੜੇ ਪ੍ਰੇਮ ਕਰਨ ਵਾਲੇ, ਓਮ ਜੈ ਜਗਦੀਸ਼ ਹਰੇ ਨੂੰ ਪ੍ਰੇਮ ਕਰਨ ਵਾਲੇ, ਪੰਡਿਤ ਸ਼ਰਧਾ ਰਾਮ ਨੂੰ ਫਲੋਰੀ ਜੀ ਨੂੰ ਪ੍ਰੇਮ ਕਰਨ ਵਾਲੇ, ਸਾਡੀ ਇੱਕੋ ਬੇਨਤੀ ਹੈ ਵੀ ਉਹ 30 ਸਤੰਬਰ ਨੂੰ ਵੀ ਆਉਣ, ਤੇ ਜੋ ਵੀ ਜਿਸ ਤਰ੍ਹਾਂ ਦਾ ਵੀ ਉਹ ਇਸ ਸੁਸਾਇਟੀ ਨੂੰ ਯੋਗਦਾਨ ਪਾ ਸਕਣ, ਉਹ ਆਪਣੇ ਵੱਲੋਂ ਪਾਉਣ, ਤਾਂ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ, ਉਹਨਾਂ ਦੀ ਜਿਹੜੀ ਉਹ ਆਰਤੀ, ਅਸੀਂ ਹਰ ਮੰਦਿਰ ਦੇ ਵਿੱਚ, ਅਸੀਂ ਉੱਥੇ ਬ੍ਰਾਹਮਣਾਂ ਨੂੰ ਸਾਰਿਆਂ ਨੂੰ ਬੁਲਾਇਆ, ਜਿਹੜੇ ਮਤਲਬ ਉਹਨਾਂ ਨੂੰ ਅਸੀਂ ਬੁੱਕਸ ਵਗੈਰਾ, ਔਰ ਤਰਾਸਦੀ ਇਹ ਹੈ ਵੀ ਮੈਂ ਕਈ ਦਿਨਾਂ ਤੋਂ ਬੁੱਕਸ ਲੱਭਣ ਲਈ ਲੱਗਿਆ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਿਆਂ ਨੇ ਸਿਰਫ ਇੱਕ ਵਾਰ ਉਹਨਾਂ ਦੀ ਬੁੱਕ ਛਾਪੀ, ਪਰ ਮੁੜ ਕੇ ਉਹਨਾਂ ਦੀ ਕਦੇ ਵੀ ਉਹ ਬੁੱਕ ਨਾ ਛਪੀ ਹੈ, ਨਾ ਹੀ ਉੱਥੋਂ ਮਿਲ ਰਹੀ ਆ।
ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਰਲ ਮਿਲ ਕੇ ਵੀ ਅਸੀਂ ਉਹਨਾਂ ਦੀ ਬੁੱਕਸ ਦਿੱਲੀ ਤੋਂ ਲੱਗੇ ਹੋਏ ਆ, ਬੇਦੀ ਸਾਹਿਬ ਵੀ ਕਹਿੰਦੇ ਆ ਵੀ ਅਗਲੇ ਮੈਂ ਮੰਗਾ ਕੇ 30 ਸਤੰਬਰ ਨੂੰ 2024 ਨੂੰ ਉਹ ਤੋਂ ਪਹਿਲਾਂ ਅਸੀਂ ਚਾਹਾਂਗੇ ਵੀ ਅਸੀਂ ਬੁੱਕ ਸਟਾਲਾਂ ਦੇ ਉੱਤੇ ਉਹਨਾਂ ਦੀਆਂ ਬੁੱਕਾਂ ਬਹੁਤ ਬਹੁਤ ਸ਼ੁਕਰੀਆ, ਬੜੀ ਸੋਹਣੀ ਸੋਚ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।